सतनाम वाहिगुरु साहिब जी। सतनाम वाहिगुरु साहिब जी। डंडौत वंदन अनेक वार, सर्ब कला समरथ। डोलन ते राखो प्रभु, नानक दे कर हाथ। फिरत फिरत प्रभ आया, परया तो सरनाए। नानक की प्रभ बेनती, अपनी भगति लाए। सतनाम वाहिगुरु साहिब जी। गौड़ी कबीर जी। जब हम एको एक कर जानिया, तब लोकै काहे दुख मानिया। जब हम एको एक कर जानिया, तब लोकां काहे दुख मानिया। हम अपत है अपनी पत खोई, हमरै खोज परो मत कोई। रहाओ हम मंदे मंदे मन माही, साँझ पात काहूँ स्यों नाही। पात अपात ताकी नहीं लाज, ताब जान होंगे जब उगरै गोपाज। कहो कबीर पत हर परवान, सर्ब त्याग भज केवल राम। कहो कबीर पत हर परवान, सर्ब त्याग भज केवल राम। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब महाराज जी का कोटान कोट शुकराना है कि गुरु ने बड़ी ही रहमत कृपा की है। संगतां नूं अमृत वेले दे खुले दर्शन दीदारे बख्शे हैं। आओ अमृत वेले की संभाल करते हुए गुरु की बाणी की विचार श्रवण करते हुए धन धन साहिब श्री गुरु ग्रंथ साहिब महाराज जी नूं शीश झुकाउंदे हुए सारी संगत गज के फतेह बुलाउणा करिए जी। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब महाराज जी की पवित्र बाणी गौड़ी श्री कबीर जीओ की। भगत कबीर जी की बाणी है गौड़ी राग के अंदर 324 अंग ते भगत कबीर जी की बाणी सुशोभित है। बाणी द्वारा कबीर जी बड़े ही विस्तार के नाल संगतां नूं समझा रहे हैं। भगत कबीर जी दे जो नाल वापरी सी उही गल बाणी दे अंदर समझाउणा कीता है। एक बारी अमृत वेले भगत कबीर जी अपने रंग दे विच मस्त सन। जदों अमृत वेला होया, अमृत वेले भगत कबीर जी अपने रंगां दे विच मस्त सन। बाणी पढ़ रहे सन, परमेश्वर का नाम जप रहे सन, आप दी मस्ती दे विच सन। उधरों उस वेले पिंड विच चोर आ वड़े। अमृत वेले 2 बजे का अमृत वेला गिणिया जाता है। चोर आ वड़े, लोकां नूं पता लग गया कि चोर भज गए हैं। ते उन्हां दे विच्चों
ਇੱਕ ਚੋਰ ਰਹਿ ਗਿਆ ਹੈ ਪਿੰਡ ਦੇ ਵਿੱਚ। ਲੋਕ ਇਕੱਠੇ ਹੋ ਗਏ ਚੋਰਾਂ ਦੇ, ਜਦੋਂ ਪਿੱਛਾ ਕੀਤਾ ਸਾਰੇ ਚੋਰ ਭੱਜ ਗਏ, ਇੱਕ ਚੋਰ ਰਹਿ ਗਿਆ। ਉਹ ਚੋਰ ਕਬੀਰ ਜੀ ਦਾ ਬੂਹਾ ਖੁੱਲ੍ਹਾ ਦੇਖ ਕੇ ਕਬੀਰ ਜੀ ਦੇ ਘਰ ਆ ਵੜਿਆ ਤੇ ਬੇਨਤੀ ਕੀਤੀ ਚੋਰ ਨੇ ਭਗਤ ਕਬੀਰ ਜੀ ਨੂੰ, ਇਹ ਭਗਤ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਤੁਸੀਂ ਮੇਰੀ ਰੱਖਿਆ ਕਰੋ। ਲੋਕ ਮੇਰੇ ਮਗਰ ਪਏ ਹਨ ਕਿ ਲੋਕਾਂ ਤੋਂ ਮੈਨੂੰ ਬਚਾਉਣਾ ਕਰੋ, ਮੇਰੀ ਲਾਜ ਰੱਖੋ। ਭਗਤ ਕਬੀਰ ਜੀ ਕਹਿੰਦੇ ਕਿ ਪਹਿਲਾਂ ਚੋਰੀ ਛੱਡਣ ਦਾ ਪਰਨ ਕਰਕੇ ਮੈਂ ਮੁੜ ਕੇ ਚੋਰੀ ਨਹੀਂ ਕਰਦਾ। ਕਹਿਣ ਲੱਗਿਆ ਕਿ ਮਹਾਰਾਜ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ। ਭਗਤ ਜੀ ਨੂੰ ਪਰਨ ਕਰ ਲਿਆ ਚੋਰ ਨੇ ਕਿ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ। ਕਬੀਰ ਜੀ ਕੋਲ ਇੱਕ ਮੰਜਾ ਵਿਹਲਾ ਪਿਆ ਸੀ, ਉਸ ਉੱਪਰ ਪੈਣ ਲਈ ਕਹਿ ਦਿੱਤਾ ਤੇ ਮੰਜਾ ਵਿਹਲਾ ਪਿਆ ਸੀ ਕਿ ਆਹ ਮੰਜਾ ਵਿਹਲਾ ਪਿਆ ਹੈ, ਇਸ 'ਤੇ ਪੈ ਜਾ। ਮੰਜਾ ਆਪਣੀ ਪੁੱਤਰੀ ਦੇ ਨਾਲ ਢਹਾ ਦਿੱਤਾ ਕਿ ਇੱਥੇ ਪੈ ਜਾ, ਤੇਰਾ ਬਚਾਅ ਹੋਏਗਾ। ਚੋਰ ਉਸ ਮੰਜੇ ਉੱਪਰ ਪੈ ਗਿਆ। ਉੱਧਰੋਂ ਪਿੰਡ ਦੇ ਲੋਕ ਆ ਗਏ, ਕਹਿਣ ਲੱਗੇ ਕਿ ਕਬੀਰ ਜੀ ਇੱਧਰ ਇੱਕ ਚੋਰ ਆਇਆ ਹੈ। ਭਗਤ ਕਬੀਰ ਜੀ ਕਹਿੰਦੇ ਵੇਖ ਲਓ, ਘਰ ਤੁਹਾਡੇ ਕੋਲ ਹੈ। ਉਹ ਘਰ ਦੀ ਤਲਾਸ਼ੀ ਲੈਣ ਲੱਗ ਪਏ ਚੋਰ, ਕਿਤੇ ਨਾ ਨਿਕਲਿਆ ਚੋਰ, ਕਿਤੇ ਨਾ ਲੱਭਿਆ ਘਰ ਵਿੱਚੋਂ। ਫਿਰ ਜੋ ਮੰਜੇ ਡਹੇ ਪਏ ਸੀ ਉੱਧਰ ਆਏ ਤਾਂ ਕਬੀਰ ਜੀ ਕਹਿਣ ਲੱਗੇ ਕਿ ਇੱਕ ਮੰਜਾ ਮੇਰਾ ਹੈ, ਇੱਕ ਮੰਜਾ ਲੋਈ ਦਾ ਹੈ, ਇੱਕ ਕਮਾਲੇ ਪੁੱਤਰ ਦਾ ਹੈ, ਇਹ ਕਮਾਲੀ ਪੁੱਤਰੀ ਦਾ ਹੈ, ਤੇ ਇਹ ਜੋ ਚੋਰ ਵਾਲਾ ਮੰਜਾ ਸੀ ਇਹ ਮੇਰੇ ਜਵਾਈ ਦਾ ਮੰਜਾ ਹੈ। ਜਵਾਈ ਕਹਿ ਕੇ ਰੱਖਿਆ ਕਰ ਲਈ, ਇਉਂ ਕਹਿ ਦਿੱਤਾ ਕਿ ਇਹ ਜਿਹੜਾ ਮੰਜਾ ਹੈ ਮੇਰੇ ਜਵਾਈ ਦਾ ਹੈ। ਇਹ ਸੁਣ ਕੇ ਲੋਕ ਚਲੇ ਗਏ। ਉਸ ਵਕਤ ਚੋਰ ਦੀ ਮੰਦ ਦ੍ਰਿਸ਼ਟੀ ਫੁਰਾਈ, ਕਿਉਂਕਿ ਕਮਾਲੀ ਦੇ ਨਾਲ ਮੰਜਾ ਡਿਆ ਹੋਇਆ ਸੀ ਉਸ ਦੀ ਪੁੱਤਰੀ ਦੇ ਨਾਲ, ਕਿ ਮੰਦ ਦ੍ਰਿਸ਼ਟੀ ਫੁਰਾਈ। ਮੰਦੀ ਦ੍ਰਿਸ਼ਟੀ ਫੁਰਨ ਤੋਂ ਇੱਕ ਫਣ ਵਾਲਾ ਸੱਪ ਵਿਚਾਲੇ ਵੇਖਿਆ ਦੋਨਾਂ ਮੰਜਿਆਂ ਦੇ। ਚੋਰ ਡਰ ਗਿਆ। ਉਸ ਵੇਲੇ ਕਬੀਰ ਜੀ ਦੇ ਚਰਨ ਫੜ ਲਏ, ਕਹਿੰਦਾ ਤੁਸੀਂ ਮੇਰੀ ਰੱਖਿਆ ਕੀਤੀ ਹੈ, ਪਰ ਮੇਰੇ ਅੰਦਰ ਇਹ ਮੰਦੀ ਦ੍ਰਿਸ਼ਟੀ ਫੁਰਾਈ, ਮੇਰੀ ਰੱਖਿਆ ਕਰੋ। ਕਿ ਉਸ ਵੇਲੇ ਚੋਰ ਤੋਂ ਚੋਰੀ ਵੀ ਛੁਡਾ ਕੇ, ਉਸ ਵੇਲੇ ਚੋਰ ਤੋਂ ਚੋਰੀ ਵੀ ਛੁਡਾ ਕੇ ਤੇ ਉਸ ਦੇ ਵਿਕਾਰ ਵੀ ਮੇਟ ਦਿੱਤੇ ਤੇ ਉਸ ਨੂੰ ਨਿਹਾਲ ਕੀਤਾ। ਜਦੋਂ ਸਵੇਰ ਨੂੰ ਲੋਕਾਂ ਨੂੰ ਪਤਾ ਲੱਗਿਆ ਕਿ ਕਬੀਰ ਜੀ ਨੇ ਚੋਰ ਨੂੰ ਆਪਣੀ ਧੀ ਦੇ ਘਰ ਵਾਲਾ ਬਣਾ ਦਿੱਤਾ ਹੈ, ਆਪਣਾ ਜਵਾਈ ਬਣਾ ਲਿਆ ਹੈ ਤੇ ਜਵਾਈ ਕਹਿ ਕੇ ਉਸ ਦੀ ਰੱਖਿਆ ਕੀਤੀ ਹੈ, ਤਾਂ ਉਹ ਕਬੀਰ ਜੀ ਦੀ ਨਿੰਦਿਆ ਕਰਨ ਲੱਗ ਪਏ। ਕਬੀਰ ਜੀ ਦੇ ਕੋਲ ਆਣ ਕੇ ਕਬੀਰ ਜੀ ਨੂੰ ਬੁਰਾ ਭਲਾ ਕਹਿਣ ਲੱਗੇ ਕਿ ਚੋਰ ਆਇਆ ਸੀ, ਚੋਰ ਦੀ ਰੱਖਿਆ ਕਰਨ ਵਾਸਤੇ ਆਪਣਾ ਜਮਾਈ ਬਣਾ ਲਿਆ ਹੈ। ਤਦੋਂ ਭਗਤ ਕਬੀਰ ਜੀ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਜਾਬ ਹਮ ਏਕੋ ਏਕ ਕਰ ਜਾਣਿਆ। ਭਗਤ ਜੀ ਕਹਿਣ ਲੱਗੇ ਜਦੋਂ ਅਸੀਂ ਚੋਰਾਂ ਅਤੇ ਸਾਧੂਆਂ ਨੂੰ ਇੱਕੋ ਕੇਵਲ ਇੱਕ ਬ੍ਰਹਮ ਨੂੰ ਨਿਸ਼ਚੈ ਕਰਕੇ ਜਾਣਿਆ ਹੈ ਕਿ ਚੋਰਾਂ ਦੇ ਵਿੱਚ ਵੀ ਸਾਧੂਆਂ ਦੇ ਵਿੱਚ ਵੀ ਇੱਕ ਪਰਮੇਸ਼ਰ ਵਸ ਰਿਹਾ ਹੈ, ਤਬ ਲੋਕਾਂ ਕਾਹੇ ਦੁੱਖ ਮਾਨਿਆ। ਤਦੋਂ ਫਿਰ ਤੁਸੀਂ ਲੋਕੋ ਕਿਸ ਪ੍ਰਕਾਰ ਦਾ ਦੁੱਖ ਮੰਨਣਾ ਕੀਤਾ ਹੈ, ਕਿਉਂ ਕੁਛ ਕਸ਼ਟ ਮੰਨਦੇ ਹੋ, ਦੁੱਖ ਮੰਨਦੇ ਹੋ। ਉਸ ਵੇਲੇ ਉਹਨਾਂ ਲੋਕਾਂ ਦੇ ਵਿੱਚ ਵਿੱਚੋਂ ਇੱਕ ਹੋਰ ਬੋਲਿਆ ਕਿ ਇਹ ਕਬੀਰ ਤਾਂ ਬੜਾ ਬੇਪੱਤਾ ਹੈ, ਇਹ ਤਾਂ ਸਾਧਾਂ ਨੂੰ ਭੋਜਨ ਛਕਾਉਣ ਵਾਸਤੇ ਮੀਂਹ ਪੈਂਦੇ ਵਿੱਚ ਲੋਈ ਨੂੰ ਕਾਕੂ ਵਾਣੀਏ ਕੋਲੇ ਛੱਡ ਆਇਆ ਸੀ।
ਸੰਤਨ ਹਿਤ ਵੇਚੀ ਨਿਜ ਤੀਆ, ਝੋਰ ਸਵਾਲ ਦਿਓ ਸੰਗ ਧੀਆ। ਕਿ ਇਹ ਤਾਂ ਐਡਾ ਬੇਪੱਤਾ ਹੈ ਕਿ ਸੰਤਾਂ ਦੇ ਨਾਲ ਮੋਹ ਹੋਣ ਕਰਕੇ ਉਹਨਾਂ ਨੂੰ ਲੰਗਰ ਛਕਾਉਣ ਵਾਸਤੇ ਵੇਚੀ ਨਿਜ ਤੀਆ, ਆਪਣੀ ਤੀਆ ਇਸਤਰੀ ਵੇਚ ਦਿੱਤੀ ਸੀ। ਚੋਰ ਸਵਾਲ ਦਿਓ ਸੰਗ ਧੀਆ, ਚੋਰਾਂ ਦਾ ਬਚਾਅ ਕਰਨ ਵਾਸਤੇ ਆਪਣੀ ਧੀ ਕੋਲ ਮੰਜਾ ਡਾਹ ਦਿੱਤਾ ਸੀ। ਇੰਨਾ ਬੇਪੱਤਾ ਹੈ ਭਗਤ ਇਹ ਕਬੀਰ ਤਾਂ, ਕਿ ਇੱਕ ਵਾਰ ਭਗਤ ਕਬੀਰ ਜੀ ਜਦੋਂ ਇਹਨਾਂ ਨੇ ਕਿਹਾ ਕਿ ਇਸ ਨੇ ਕਾਕੂ ਬਾਣੀਏ ਕੋਲ ਆਪਣੀ ਮੀਂਹ ਪੈਂਦੇ ਵਿੱਚ ਆਪਣੀ ਘਰ ਵਾਲੀ ਨੂੰ ਛੱਡ ਆਇਆ ਸੀ, ਉਸ ਦੀ ਵੀ ਵਿਚਾਰ ਇਹ ਵਿੱਚ ਹੈ ਕਿ ਇੱਕ ਵਾਰ ਭਗਤ ਕਬੀਰ ਸਾਹਿਬ ਜੀ ਦੇ ਘਰ ਸੰਤਾਂ ਮਹਾਤਮਾ ਦੀ ਮੰਡਲੀ ਆ ਗਈ। ਉਸ ਦਿਨ ਘਰ ਵਿੱਚ ਕੋਈ ਪਦਾਰਥ ਵੀ ਨਹੀਂ ਸੀ। ਭਗਤ ਜੀ ਕਿਸੇ ਆਏ ਹੋਏ ਨੂੰ ਖਾਲੀ ਨਹੀਂ ਸੀ ਮੋੜਦੇ, ਭੋਜਨ ਜ਼ਰੂਰ ਛਕਾਉਂਦੇ ਸਨ, ਸੇਵਾ ਕਰਦੇ ਸਨ। ਉਹਨਾਂ ਨੇ ਲੋਈ ਨੂੰ ਕਿਹਾ, ਜੇਕਰ ਇਹ ਆਪਣੇ ਘਰੋਂ ਖਾਲੀ ਚਲੇ ਗਏ ਸਾਧੂ ਮਹਾਤਮਾ, ਤਾਂ ਅਸੀਂ ਦੋਸ਼ ਦੇ ਭਾਗੀ ਹੋਵਾਂਗੇ। ਇਸ ਕਰਕੇ ਇਹਨਾਂ ਮਹਾਤਮਾ ਜਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਵਾਸਤੇ ਕੋਈ ਬੰਦੋਬਸਤ ਜ਼ਰੂਰ ਕਰਨਾ ਹੋਵੇਗਾ। ਉਸ ਵੇਲੇ ਲੋਈ ਇੱਕ ਬਾਣੀਏ ਦੀ ਦੁਕਾਨ 'ਤੇ ਗਈ, ਜੋ ਬਾਣੀਆ ਪਹਿਲਾਂ ਹੀ ਲੋਈ ਵੱਲ ਮੰਦ ਦ੍ਰਿਸ਼ਟੀ ਨਾਲ ਤੱਕਦਾ ਸੀ। ਉਸ ਦਿਨ ਲੋਈ ਨੂੰ ਆਪਣੀ ਦੁਕਾਨ 'ਤੇ ਵੇਖ ਕੇ ਬਾਣੀਆ ਪ੍ਰਸੰਨ ਹੋਇਆ ਤੇ ਕਹਿੰਦਾ ਹੈ ਕਿ ਆਪ ਹੀ ਆਏ ਹੋ। ਤਾਂ ਲੋਈ ਨੇ ਕਿਹਾ ਕਿ ਸੌਦਾ ਚਾਹੀਦਾ ਹੈ ਸੇਠ ਜੀ, ਪਰ ਕੋਈ ਪੈਸਾ ਨਹੀਂ। ਤਾਂ ਇਸ ਵਿਸ਼ਈ ਬਾਣੀਏ ਨੇ ਕਿਹਾ ਕਿ ਕੋਈ ਗੱਲ ਨਹੀਂ, ਤੁਹਾਨੂੰ ਜੋ ਚਾਹੀਦਾ ਹੈ ਉਹ ਲੈ ਜਾਓ, ਪਰ ਮੇਰੇ ਮਨ ਦੀ ਇੱਛਾ ਜ਼ਰੂਰ ਪੂਰੀ ਕਰ ਦਿਓ। ਤਾਂ ਲੋਈ ਨੇ ਉਸ ਦੀ ਮੰਦ ਦ੍ਰਿਸ਼ਟੀ ਸਮਝ ਕੇ ਕਿਹਾ ਕਿ ਮੈਂ ਰਾਤ ਨੂੰ ਤੇਰੇ ਕੋਲ ਆਵਾਂਗੀ। ਲੋਈ ਸਭ ਪਦਾਰਥ ਲੈ ਕੇ ਘਰ ਆ ਗਈ ਤੇ ਆ ਕੇ ਪ੍ਰਸ਼ਾਦਾ ਤਿਆਰ ਕਰਕੇ ਸੰਤਾਂ ਨੂੰ ਛਕਾਇਆ। ਸੰਤ ਪ੍ਰਸੰਨ ਹੋ ਕੇ ਪ੍ਰਸ਼ਾਦਾ ਛਕ ਕੇ ਚਲੇ ਗਏ। ਮਗਰੋਂ ਲੋਈ ਨੇ ਕਬੀਰ ਜੀ ਨੂੰ ਕਿਹਾ ਕਿ ਮੈਂ ਬਾਣੀਏ ਨੂੰ ਵਚਨ ਦੇ ਕੇ ਆਈ ਹਾਂ ਕਿ ਰਾਤ ਨੂੰ ਤੇਰੇ ਕੋਲ ਆਵਾਂਗੀ, ਪਰੰਤੂ ਹੁਣ ਮੀਂਹ ਵੀ ਬਹੁਤ ਪੈਣ ਲੱਗ ਪਿਆ ਹੈ। ਜੇਕਰ ਨਹੀਂ ਜਾਂਦੀ ਤਾਂ ਵਚਨਾਂ ਤੋਂ ਝੂਠੀ ਹੁੰਦੀ ਹਾਂ, ਤੁਸੀਂ ਹੀ ਕੋਈ ਹੱਲ ਦੱਸੋ। ਤਾਂ ਭਗਤ ਕਬੀਰ ਜੀ ਲੋਈ ਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਉੱਪਰ ਖੇਸ ਦੇ ਬਣਾਏ ਹੋਏ ਖੇਸੀ ਦੇ ਕੇ ਬਾਣੀਏ ਦੀ ਦੁਕਾਨ ਪਰ ਛੱਡ ਆਏ। ਇਸੇ ਕਰਕੇ ਉਹਨਾਂ ਲੋਕਾਂ ਨੇ ਕਿਹਾ ਸੀ ਕਿ ਇਹ ਬੜਾ ਬੇਪੱਤਾ ਹੈ, ਇਸ ਨੇ ਆਪਣੀ ਘਰ ਵਾਲੀ ਨੂੰ ਬਾਣੀਏ ਦੇ ਛੱਡ ਆਇਆ ਸੀ। ਬਾਣੀਆ ਪਹਿਲਾਂ ਤੋਂ ਹੀ ਉਡੀਕ ਕਰ ਰਿਹਾ ਸੀ। ਇਤਨੇ ਨੂੰ ਲੋਈ ਨੇ ਦਰਵਾਜ਼ਾ ਖੜਕਾਇਆ। ਬਾਣੀਏ ਨੇ ਦਰਵਾਜ਼ਾ ਖੋਲ੍ਹਿਆ ਤਾਂ ਲੋਈ ਨੂੰ ਸਾਹਮਣੇ ਦੇਖ ਕੇ ਪਹਿਲਾਂ ਤਾਂ ਬਹੁਤ ਖੁਸ਼ ਹੋਇਆ। ਫਿਰ ਜਦੋਂ ਇੰਨੇ ਮੋਹਲੇ ਧਾਰ ਮੀਂਹ ਦੇ ਪੈਣ ਕਰਕੇ ਲੋਈ ਦੇ ਕੱਪੜੇ ਦੇ ਉੱਪਰ ਲੋਈ ਖੇਸੀ ਬਿਲਕੁਲ ਸੁੱਕੀ ਦੇਖੀ, ਕੱਪੜੇ ਸੁੱਕੇ ਦੇਖੇ ਤਾਂ ਬਹੁਤ ਹੈਰਾਨ ਹੋਇਆ ਕਿ ਇੰਨਾ ਮੂਹਲੇ ਧਾਰ ਮੀਂਹ ਪੈ ਰਿਹਾ ਹੈ, ਇਸ ਦੇ ਕੱਪੜੇ ਸੁੱਕੇ ਹਨ। ਉਸ ਨੇ ਪੁੱਛਿਆ ਕਿ ਇੰਨਾ ਤੇਜ਼ ਮੀਂਹ ਪੈ ਰਿਹਾ ਹੈ, ਗਲੀਆਂ ਬਾਜ਼ਾਰ ਸਾਰੇ ਪਾਣੀ ਨਾਲ ਭਰੇ ਪਏ ਹਨ, ਪਰ ਤੇਰੇ ਕੱਪੜੇ ਥੋੜ੍ਹੇ ਜਿੰਨੇ ਵੀ ਭਿੱਜੇ ਨਹੀਂ, ਬਿਲਕੁਲ ਸੁੱਕੇ ਹਨ। ਤਾਂ ਲੋਈ ਨੇ ਕਿਹਾ ਕਿ ਤੂੰ ਇਸ ਗੱਲ ਤੋਂ ਕੀ ਲੈਣਾ ਹੈ, ਤੂੰ ਆਪਣਾ ਕੰਮ ਕਰ, ਮੈਂ ਦਿੱਤੇ ਹੋਏ ਵਚਨ ਅਨੁਸਾਰ ਤੇਰੇ ਕੋਲ ਪੁੱਜ ਗਈ ਹਾਂ। ਕਿਉਂਕਿ ਵਚਨ ਨੂੰ ਪਾਲਣ ਲਈ ਤਾਂ ਕਿਸੇ ਨੇ ਕਿਹਾ ਹੈ, ਵਚਨ ਹੇਤ ਸ੍ਰੀ ਰਾਮਚੰਦ ਲੰਕਪਤ ਕੀਓ ਭਵੀਖਣ, ਵਚਨ ਹੇਤ ਬਲਰਾਓ ਗਇਓ ਪਤਾਲ ਸੋ ਤਤ ਛਿਣ, ਵਚਨ ਹੇਤ ਹਰੀ ਚੰਦ ਨੀਚ ਘਰ ਨੀਚ ਭਰਾਇਓ, ਵਚਨ ਹੇਤ ਬਨਵਾਸ ਪਾਂਡਵਾ ਕਸ਼ਟ ਉਠਾਇਓ, ਕਹਿ ਕੇ ਵਚਨ ਸੋ ਟਲ ਜਾਏ, ਫਾੜ ਕਟਾਰ ਤਿਹ ਕੱਟੀਐ,
ਸਾਈ ਲੋਕ ਕਹੈ ਸੁਣ ਸੱਜਣਾ, ਬਚਨੋਂ ਮੂਲ ਨਾ ਹਟੀਐ। ਕਿ ਮੈਂ ਆਪਣੇ ਬਚਨਾਂ ਨੂੰ ਪਗਾਉਣ ਵਾਸਤੇ ਆਈ ਹਾਂ। ਇਸ ਪ੍ਰਕਾਰ ਦੇ ਲੋਈ ਦੇ ਬਚਨਾਂ ਨੂੰ ਸੁਣ ਕੇ ਤੇ ਸੌਦਾ ਖੜਨ ਦਾ ਕਾਰਨ ਪੁੱਛ ਕੇ ਕਿ ਕਾਹਦੇ ਵਾਸਤੇ ਸੌਦਾ ਲਗਾਏ ਸੀ, ਤੇ ਬਾਣੀਏ ਦਾ ਮਨ ਸੁੱਧ ਹੋ ਗਿਆ ਜਦੋਂ ਦੱਸਿਆ ਕਿ ਸੌਦਾ ਸਾਧੂਆਂ ਨੂੰ ਭੋਜਨ ਛਕਾਉਣ ਵਾਸਤੇ ਲੈ ਕੇ ਗਈ ਸੀ। ਤੇ ਪੈਰੀਂ ਡਿੱਗ ਪਿਆ ਕਿ ਤੁਸੀਂ ਕੀ ਧਰਮ ਦਾ ਕੰਮ ਕਰਦੇ ਹੋ, ਮੇਰੀ ਦਿਵ ਦ੍ਰਿਸ਼ਟੀ ਕੈਸੀ ਮਾੜੀ ਹੈ। ਪੈਰਾਂ ਦੇ ਵਿੱਚ ਡਿੱਗ ਪਿਆ, ਕਹਿੰਦਾ ਕਿ ਤੁਸੀਂ ਮੇਰੇ ਧਰਮ ਦੇ ਮਾਤਾ ਹੋ, ਮੇਰੇ ਔਗਣਾਂ ਨੂੰ ਬਖਸ਼ ਦੇਣਾ ਕਰੋ। ਸੋ ਫਿਰ ਲੋਈ ਜੀ ਉਸ ਨੂੰ ਆਪਣਾ ਪੁੱਤਰ ਸਮਝ ਕੇ ਉੱਥੋਂ ਆਪਣੇ ਘਰ ਆ ਗਈ। ਫਿਰ ਅਗਲੇ ਦਿਨ ਬਾਣੀਏ ਨੇ ਕਬੀਰ ਜੀ ਤੋਂ ਵੀ ਮਾਫੀ ਮੰਗੀ ਸੀ। ਸੋ ਇਸੇ ਗੱਲ ਨੂੰ ਲੈ ਕੇ ਕਬੀਰ ਜੀ ਨੇ ਆਪਣੀ ਪਤਨੀ ਲੋਈ ਨੂੰ ਬਾਣੀਏ ਦੀ ਦੁਕਾਨ 'ਤੇ ਛੱਡਿਆ ਸੀ। ਲੋਕਾਂ ਨੇ ਭਗਤ ਜੀ ਨੂੰ ਇਸ ਗੱਲ ਤੋਂ ਬੇਪਤਾ ਕਿਹਾ, ਤੇ ਅੱਗੇ ਭਗਤ ਜੀ ਕਹਿਣ ਲੱਗੇ ਕਿ ਜੇ ਮੈਂ ਬੇਪਤਾ ਹਾਂ, ਕਹਿਣ ਲੱਗਿਆ ਹਮ ਅਪਤ ਹੈ ਆਪਣੀ ਪਤ ਖੋਈ, ਹਮਰੈ ਖੋਜ ਪਰਹੋ ਮਤ ਕੋਈ। ਭਗਤ ਜੀ ਕਹਿਣ ਲੱਗੇ, ਹੇ ਲੋਕੋ, ਜੇਕਰ ਅਸੀਂ ਅਪੱਤੇ ਬੇਪੱਤੇ ਹਾਂ ਤਾਂ ਫਿਰ ਆਪਣੀ ਹੀ ਪਤ, ਆਪਣੀ ਹੀ ਇੱਜ਼ਤ ਗਵਾਈ ਹੈ। ਤੁਹਾਡਾ ਕੁਝ ਨਹੀਂ ਲੈਤਾ, ਤੁਹਾਡਾ ਤਾਂ ਨਹੀਂ ਕੁਝ ਗਿਆ। ਜੇ ਇੱਜ਼ਤ ਗਈ ਹੈ ਤਾਂ ਮੇਰੀ ਗਈ ਹੈ। ਹਮਰੈ ਖੋਜ ਪਰਹੋ ਮਤ ਕੋਈ, ਕਿ ਹਮਰੈ ਸਾਡੇ ਰਸਤੇ 'ਤੇ ਕੋਈ ਵੀ ਮਤਾ ਪੈਣਾ ਕਰੋ, ਸਾਡਾ ਰਸਤਾ ਵੱਖਰਾ ਹੈ, ਤੁਸੀਂ ਸਾਡੇ ਰਸਤੇ ਤੋਂ ਕੀ ਲੈਣਾ ਹੈ। ਰਹਾਓ। ਫਿਰ ਉਹਨਾਂ ਲੋਕਾਂ ਦੇ ਵਿੱਚੋਂ ਇੱਕ ਹੋਰ ਬੋਲਿਆ ਕਿ ਕਬੀਰ ਜੀ ਤਾਂ ਹਰ ਵੇਲੇ ਮੰਦਿਆਂ ਪੁਰਖਾਂ ਦੀ ਸੰਗਤ ਕਰਦਾ ਹੈ, ਇਹ ਤਾਂ ਬ੍ਰਾਹਮਣਾਂ ਨੂੰ ਹਟਾ ਕੇ ਸਾਧਾਂ ਦੀ ਪੂਜਾ ਕਰਦਾ ਹੈ, ਘਰ ਸਾਧੂਆਂ ਨੂੰ ਸੱਦਦਾ ਹੈ ਤੇ ਉਹਨਾਂ ਦੀ ਪੂਜਾ ਕਰਦਾ ਹੈ, ਬ੍ਰਾਹਮਣਾਂ ਦੀ ਪੂਜਾ ਨਹੀਂ ਕਰਦਾ। ਇਹ ਬਹੁਤ ਮੰਦਾ ਹੈ। ਕਬੀਰ ਜੀ ਫਿਰ ਫਰਮਾਉਂਦੇ ਹਨ ਕਿ ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਉ ਨਾਹੀ। ਕਹਿਣ ਲੱਗਿਆ, ਹੈ ਭਾਈ, ਜੇਕਰ ਅਸੀਂ ਮੰਦੇ ਬੁਰੇ ਹਾਂ, ਭਗਤ ਕਬੀਰ ਜੀ ਲੋਕਾਂ ਨੂੰ ਕਹਿਣ ਲੱਗਿਆ, ਜੇਕਰ ਅਸੀਂ ਮੰਦੇ ਹਾਂ, ਬੁਰੇ ਹਾਂ, ਤਾਂ ਆਪਣੇ ਚਿੱਤ ਵਿੱਚ ਹੀ ਬੁਰੇ ਹਾਂ। ਤੁਹਾਡੇ ਬ੍ਰਾਹਮਣਾਂ ਛਤਰੀਆਂ ਦੀ ਪੰਗਤ ਨਾਲ ਕਿਸ ਪ੍ਰਕਾਰ ਸਾਡੀ ਸਾਂਝਦਾਰੀ ਹੋਵੇਗੀ, ਭਾਵ ਨਹੀਂ ਹੋ ਸਕਦੀ। ਭਾਵ ਤੁਹਾਡੇ ਕਿਸੇ ਨਾਲ ਸਾਂਝਾ ਵਰਤਣ ਵਿਹਾਰ ਨਹੀਂ ਹੈ। ਫਿਰ ਲੋਕ ਕਹਿਣ ਲੱਗੇ ਕਿ ਤੇਰੀ ਪੱਤ ਵਿਗੜ ਗਈ ਹੈ। ਤਾਂ ਕਹਿਣ ਲੱਗਿਆ ਭਗਤ ਜੀ, ਪਤ ਅਪਤ ਤਾਂ ਕੀ ਨਹੀਂ ਲਾਜ, ਤਬ ਜਾਹੋ ਤਬ ਜਨ ਹੋਂਗੇ ਜਬ ਉਗਰੈ ਗੋਪਾਜ। ਭਗਤ ਜੀ ਕਹਿਣ ਲੱਗੇ, ਇਹ ਗੱਲ ਚੇਤੇ ਰੱਖਿਓ ਕਿ ਇੱਜ਼ਤ ਕਿਸ ਦੀ ਰਹਿੰਦੀ ਹੈ ਅਤੇ ਪਤ ਬੇਪਤਾ ਕੌਣ ਹੁੰਦਾ ਹੈ। ਇਸ ਗੱਲ ਦੀ ਤੁਹਾਨੂੰ ਲੱਜਿਆ ਨਹੀਂ ਹੈ। ਇਸ ਗੱਲ ਨੂੰ ਤੁਸੀਂ ਤਦੋਂ ਜਾਣੋਗੇ ਜਦੋਂ ਤੁਹਾਡਾ ਪਾਜ ਪਖੰਡ ਉਗਰ ਜਾਵੇਗਾ, ਤੁਹਾਡਾ ਪਾਜ ਖੁੱਲ੍ਹੇਗਾ। ਇਹ ਗੱਲ ਸੁਣ ਕੇ ਉਹਨਾਂ ਵਿੱਚੋਂ ਇੱਕ ਭਗਤ ਜੀ ਦੇ ਚਰਨਾਂ ਉੱਪਰ ਡਿੱਗ ਪਿਆ ਤੇ ਕਹਿਣ ਲੱਗਿਆ, ਆਪ ਜੀ ਮੇਰੀ ਇੱਜ਼ਤ ਰੱਖੋ ਕਿ ਇਹ ਲੋਕ ਤੁਹਾਡੇ 'ਤੇ ਦੂਸ਼ਣ ਲਾਉਂਦੇ ਹਨ, ਤੁਸੀਂ ਭਗਤੀ ਕਰਦੇ ਹੋ। ਫਿਰ ਭਗਤ ਜੀ ਉਸ ਨੂੰ ਕਹਿਣ ਲੱਗੇ, ਕਹੋ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਭਗਤ ਜੀ ਕਥਨ ਕਰਦੇ ਹਨ ਕਿ ਹੇ ਭਾਈ, ਪਤ ਇੱਜ਼ਤ ਪ੍ਰਤਿਸ਼ਠਾ ਉਸ ਦੀ ਹੀ ਰਹਿੰਦੀ ਹੈ ਜਿਸ ਨੂੰ ਪਰਮੇਸ਼ਰ ਆਪਣੀ ਦਰਗਾਹ ਵਿੱਚ ਪ੍ਰਵਾਨ ਕਰ ਲਵੇ। ਜੇਕਰ ਹਰੀ ਦੇ ਦਰ 'ਤੇ ਪ੍ਰਵਾਨ ਹੋ ਜਾਈਏ ਤਾਂ ਪਤ ਆਬਰੂ ਇੱਜ਼ਤ ਰਹਿੰਦੀ ਹੈ। ਇਸ ਕਰਕੇ ਸਰਬ ਤਿਆਗ ਭਜ ਕੇਵਲ ਨਾਮ, ਇਸ ਕਰਕੇ ਸਰਬ ਸਾਰੀਆਂ ਮਾਇਕੀ ਚੀਜ਼ਾਂ ਨੂੰ ਤਿਆਗ ਕੇ ਛੱਡ ਕੇ ਕੇਵਲ ਸਿਰਫ ਪਰਮੇਸ਼ਰ ਦਾ ਭਜਨ ਸਿਮਰਨ ਕਰਿਆ ਕਰ। ਤੇ ਇਸ ਤੋਂ ਬਾਅਦ
ਅੰਤਰੀਵ ਅਰਥ ਦੂਸਰਾ ਹੈ। ਭਗਤ ਜੀ ਦੂਸਰੇ ਅਰਥ ਦੇ ਵਿੱਚ ਸਮਝਾ ਰਹੇ ਹਨ। ਕਹਿਣ ਲੱਗੇ, ਹੇ ਕਬੀਰ ਜੀ, ਤੁਸੀਂ ਸਭ ਸੰਸਾਰ ਨੂੰ ਛੱਡ ਕੇ ਨਿਆਰੇ ਜਿਹੇ ਹੋ ਕੇ ਕਿਉਂ ਬੈਠ ਗਏ ਹੋ? ਤਾਂ ਭਗਤ ਜੀ ਫਰਮਾਉਂਦੇ ਹਨ, ਜਬ ਹਮ ਏਕੋ ਏਕ ਕਰ ਜਾਣਿਆ। ਕਹਿਣ ਲੱਗੇ, ਹੇ ਭਾਈ, ਜਦੋਂ ਅਸੀਂ ਇਹ ਕਰਕੇ ਜਾਣ ਲਿਆ ਹੈ ਕਿ ਇੱਕੋ ਹੀ ਨਿਰਗੁਣ ਸਰੂਪ ਹੈ ਤੇ ਇੱਕੋ ਹੀ ਸਰਗੁਣ ਸਰੂਪ ਹੈ, ਤਦੋਂ ਫਿਰ ਉਸ ਵੇਲੇ ਜਿਹੜੇ ਲੋਕ ਰਾਗ ਦਵੈਕ ਵਿੱਚ ਫਸੇ ਪਏ ਸਨ, ਉਹਨਾਂ ਦਾ ਤਿਆਗ ਕਰ ਦਿੱਤਾ ਸੀ। ਕਿਉਂ ਤਿਆਗ ਕਰ ਦਿੱਤਾ ਸੀ ਭਗਤ ਜੀ? ਕਹਿਣ ਲੱਗੇ, ਦੁੱਖ ਮਾਨਿਆ, ਕਿਉਂਕਿ ਅਸੀਂ ਇਹਨਾਂ ਦੀ ਕੁਸੰਗਤ ਕਰਕੇ ਦੁੱਖ ਮੰਨਣਾ ਕੀਤਾ ਸੀ। ਜੰਮਣ ਮਰਨ ਦਾ ਦੁੱਖ ਇਹਨਾਂ ਕਰਕੇ ਹੀ ਮੰਨਿਆ ਸੀ। ਹਮ ਅਪਤ ਹੈ ਆਪਣੀ ਪਤ ਖੋਈ। ਹਮ ਤਮਾਮ ਜੋ ਲੋਕ ਹਨ ਉਹ ਅਸੁਰੀ ਸੰਭਤਾ ਹੰਗਤਾ ਮਮਤਾ ਕਰਕੇ ਅਪਤ ਹੈ ਬੇਪਤ ਹੋ ਰਹੇ ਹਨ। ਕਾਮ ਕ੍ਰੋਧ ਕਰਕੇ ਉਹਨਾਂ ਨੇ ਆਪਣੀ ਸ਼ੁਭ ਗੁਣਾਂ ਨੂੰ ਪ੍ਰਾਪਤ ਕਰ ਰੂਪੀ ਇੱਜ਼ਤ ਗਵਾ ਲਈ ਹੈ ਕਿ ਹਮਰਾ ਖੋਜ ਪਰਹੁ ਮਤ ਕੋਈ। ਕਿ ਹੇ ਜਗਿਆਸੂ ਜਨੋ, ਤਮਾਮ ਪਾਂਬਰ ਪੁਰਖਾਂ ਦੇ ਰਸਤੇ ਖੋਟੇ ਮਾਰਗ ਖੋਟੀ ਕੁਸੰਗਤ ਵਿੱਚ ਮਤਾ ਪੈਣਾ ਕਰਿਓ। ਰਹਾਉ ਵਿਸਰਾਮ ਦੇ ਕੇ ਭਗਤ ਜੀ ਸਮਝਾ ਰਹੇ ਹਨ। ਹਮ ਮੰਦੇ ਮੰਦੇ ਮਨ ਮਾਹੀ। ਤਮਾਮ ਜਿਹੜੇ ਹੰਗਤਾ ਮਮਤਾ ਵਾਲੇ ਜੀਵ ਹਨ, ਇਹ ਸਰੀਰ ਕਰਕੇ ਵੀ ਮੰਦੇ ਬੁਰੇ ਕਰਮ ਕਰਦੇ ਹਨ। ਮਨ ਮਾਹੀ, ਮਨ ਦੇ ਵਿੱਚ ਵੀ ਮੰਦੇ ਭੈੜੇ ਸੰਕਲਪ ਕਰਦੇ ਹਨ। ਸਾਂਝ ਪਾਤ ਕਾਹੂ ਸਿਓ ਨਾਹੀ। ਕਿ ਸਾਡੀ ਤਾਂ ਇਹਨਾਂ ਨਾਲ ਕੋਈ ਵੀ ਗੁਰੂ ਚੇਲੇ ਵਾਲੀ ਸਾਂਝ ਨਹੀਂ ਅਤੇ ਨਾ ਹੀ ਗੁਰ ਭਾਈਆਂ ਵਾਲੀ ਪੰਗਤ ਦੀ ਕੋਈ ਸਾਂਝ ਹੈ। ਪਤ ਅਪਤ ਤਾਂ ਕੀ ਨਹੀਂ ਲਾਜ। ਕਹਿਣ ਲੱਗੇ, ਪਰਮੇਸ਼ਰ ਦਾ ਭਜਨ ਕਰ ਕਰਕੇ ਜੋ ਇੱਜ਼ਤ ਰਹਿਣੀ ਹੈ ਅਤੇ ਕੁਸੰਗਤ ਕਰਕੇ ਜੋ ਬੇਪਤਾ ਹੋਣਾ ਹੈ, ਇਹਨਾਂ ਗੱਲਾਂ ਦੀ ਇਹਨਾਂ ਪਾਮਰ ਲੋਕਾਂ ਨੂੰ ਲੱਜਿਆ ਨਹੀਂ ਹੈ। ਤਾਬ ਜਨ ਹੋਗੇ ਜਬ ਉਗਰੈ ਗੋਪਾਜ। ਹੇ ਜੀਵ, ਇਸ ਵਕਤ ਪਰਲੋਕ ਵਿੱਚ ਜਾ ਕੇ ਤੁਹਾਡਾ ਪਾਜ ਪਖੰਡ ਪ੍ਰਗਟ ਹੋਵੇਗਾ। ਜਦੋਂ ਜਨ ਹੋਗੇ ਜਾਓਗੇ, ਜਦੋਂ ਜਾਣੋਗੇ ਕਿ ਅਸੀਂ ਆਪਣਾ ਅਮੋਲਕ ਮਨੁੱਖਾ ਜਨਮ ਬੇਅਰਥ ਹੀ ਗਵਾ ਲਿਆ ਹੈ। ਕਹੋ ਕਬੀਰ ਪਤ ਹਰ ਪਰਵਾਨ। ਭਗਤ ਜੀ ਕਥਨ ਕਰਦੇ ਹਨ ਕਿ ਹੇ ਭਾਈ, ਪਤ ਇੱਜ਼ਤ ਤਾਂ ਹਰੀ ਦਾ ਸਿਮਰਨ ਕਰਕੇ ਹੀ ਪ੍ਰਮਾਣਿਕ ਹੁੰਦੀ ਹੈ। ਸਰਬ ਤਿਆਗ ਭਜ ਕੇਵਲ ਨਾਮ। ਇਸ ਕਰਕੇ ਅਸੀਂ ਸਰਬ ਸਾਰਿਆਂ ਤਾਈਂ ਤਿਆਗ ਕੀਤਾ ਹੈ, ਛੱਡਣਾ ਕੀਤਾ ਹੈ। ਕੇਵਲ ਸਿਰਫ ਰਾਮ ਰਮੇ ਹੋਏ ਪਰਮੇਸ਼ਰ ਦਾ ਭਜਨ ਕਰਦੇ ਹਾਂ। ਜੇਕਰ ਤੁਸੀਂ ਵੀ ਕੇਵਲ ਮੋਖ ਦੀ ਪ੍ਰਾਪਤੀ ਚਾਹੁੰਦੇ ਹੋ ਤਾਂ ਸਰਬ ਦਾ ਤਿਆਗ ਕਰਕੇ ਬੈਰਾਗ ਧਾਰ ਕੇ ਰਾਮ ਦੇ ਨਾਮ ਨੂੰ ਸਿਮਰਨਾ ਕਰੋ। ਗੌੜੀ ਕਬੀਰ ਜੀ, ਨਾਗਨ ਫਿਰਤ ਜੋ ਪਾਈਐ ਜੋਗ। ਬਨ ਕਾ ਮਿਰਗ ਮੁਕਤ ਸਭ ਹੋਗ। ਕਿਆ ਨਾਗੇ ਕਿਆ ਬਾਧੇ ਚਾਮ। ਜਬ ਨਹੀਂ ਚੀਨਿਸ ਆਤਮ ਰਾਮ ਰਹਾਓ। ਮੂੰਡ ਮਡਾਏ ਜੋ ਸਿਧ ਪਾਈ। ਮੁਕਤੀ ਭੇਦ ਨਾ ਗਈਆ ਕਾਈ। ਬਿੰਦ ਰਾਖ ਜੋ ਤਰੀਐ ਭਾਈ। ਖੁਸਰੈ ਕਿਉ ਨਾ ਪਰਮਗਤ ਪਾਈ। ਕਹੋ ਕਬੀਰ ਸੁਨੋ ਨਰ ਭਾਈ। ਰਾਮ ਨਾਮ ਬਿਨ ਕਿਨ ਗਤ ਪਾਈ। ਭਗਤ ਜੀ, ਭਗਤ ਕਬੀਰ ਜੀ ਦਾ ਸ਼ਬਦ ਹੈ। ਵਿਸਥਾਰ ਦੇ ਨਾਲ ਭਗਤ ਕਬੀਰ ਜੀ ਦੀ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਿਖਵਾਉਣਾ ਕੀਤੀ ਹੈ। ਇੱਕ ਵਾਰ ਭਗਤ ਕਬੀਰ ਜੀ ਦੇ ਪਾਸ 4 ਭੇਖਾਂ ਵਾਲੇ ਆ ਗਏ।
ਚਾਰ ਭੇਖਾਂ ਵਾਲੇ ਭਗਤ ਕਬੀਰ ਜੀ ਦੇ ਪਾਸ ਆ ਗਏ। ਇੱਕ ਨਾਗਾ ਸੀ, ਇੱਕ ਚਾਮਰਪੋਸ਼ ਸੀ, ਇੱਕ ਪਰਮਹੰਸ ਸੰਨਿਆਸੀ ਤੇ ਇੱਕ ਜਤੀ ਸੀ। ਚਾਰ ਜਦੋਂ ਇਹ ਚਾਰੇ ਭੇਖਾਂ ਦੇ ਆ ਗਏ, ਇਹਨਾਂ ਚਾਰੇ ਭੇਖਾਂ ਦੇ ਵਿੱਚੋਂ ਪਹਿਲਾ ਬੋਲਿਆ ਕਿ ਦੇਖੋ ਭਗਤ ਜੀ, ਸਭ ਜੀਵ ਨੰਗੇ ਹੀ ਆਏ ਹਨ। ਜਿਹੜਾ ਨਾਗਾ ਸੀ, ਨਾਗਾ ਕਹਿਣ ਲੱਗਿਆ ਭਗਤ ਜੀ ਸਾਰੇ ਜੀਵ ਨੰਗੇ ਹੀ ਆਏ ਹਨ ਤੇ ਮਰ ਕੇ ਨੰਗੇ ਹੀ ਚਲੇ ਜਾਣਾ ਹੈ। ਫਿਰ ਵਿਚਾਲੇ ਜਿਹੜਾ ਸਮਾਂ ਗੁਜ਼ਾਰਨਾ ਹੈ, ਇਹ ਕੱਪੜੇ ਦੀ ਕੀ ਲੋੜ ਹੈ, ਨਾਗੇ ਹੀ ਰਹਿਣਾ ਚਾਹੀਦਾ ਹੈ। ਇਸੇ ਕਰਕੇ ਅਸੀਂ ਨਾਗੇ ਰਹਿੰਦੇ ਹਾਂ ਕਿ ਇਸੇ ਕਰਕੇ ਅਲਫ ਨੰਗਾ ਰਹਿਣਾ ਚਾਹੀਦਾ ਹੈ। ਇਹ ਮੇਰਾ ਮਤ ਕਹਿੰਦਾ ਹੈ, ਨਾਗਾ ਕਹਿਣ ਲੱਗਿਆ। ਉਸ ਤੋਂ ਬਾਅਦ ਜਿਹੜਾ ਦੂਸਰਾ ਚਾਮਰਪੋਸ਼ ਸੀ, ਉਹ ਬੋਲਿਆ ਕਿ ਸਰੀਰ ਉੱਪਰ ਚਾਮਰਪੋਸ਼ ਚਮੜਾ ਰੱਖਣਾ ਚਾਹੀਦਾ ਹੈ। ਤੇ ਤੀਸਰਾ ਕਹਿਣ ਲੱਗਿਆ ਕਿ ਮੇਰਾ ਇਹ ਮਤ ਹੈ ਕਿ ਸਿਰ ਮੂੰਹ ਮਨਾ ਕੇ, ਭਾਵ ਵਾਲ ਤਾਂ ਐਵੇਂ ਜੰਜਾਲ ਹੀ ਹਨ, ਇਹਨਾਂ ਨੂੰ ਮਨਾ ਕੇ ਘੋਣ ਮਨ ਹੋ ਕੇ ਸੰਨਿਆਸੀ ਬਣਨਾ ਚਾਹੀਦਾ ਹੈ। ਚੌਥਾ ਬੋਲਿਆ ਕਿ ਜਤੀ ਰਹਿਣਾ ਚਾਹੀਦਾ ਹੈ, ਭਾਵ ਬਿੰਦ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ। ਇਉਂ ਇਹਨਾਂ ਵਿੱਚ ਝਗੜਾ ਵੱਧ ਗਿਆ। ਉਹ ਕਹੇ ਮੇਰਾ ਧਰਮ ਠੀਕ ਹੈ, ਉਹ ਕਹੇ ਮੇਰਾ ਧਰਮ ਠੀਕ ਹੈ। ਇਹ ਚੌਹਾਂ ਦਾ ਝਗੜਾ ਵੱਧ ਗਿਆ ਭਗਤ ਕਬੀਰ ਜੀ ਕੋਲੇ। ਤਾਂ ਭਗਤ ਕਬੀਰ ਇਹਨਾਂ ਚੌਹਾਂ ਨੂੰ ਸਾਂਝਾ ਉਪਦੇਸ਼ ਦਿੰਦੇ ਹਨ ਕਿ ਭਗਤ ਜੀ ਕਹਿਣ ਲੱਗੇ, ਪਹਿਲਾਂ ਜਿਹੜਾ ਨਾਗਾ ਬੋਲਿਆ ਸੀ, ਕਹਿਣ ਲੱਗਿਆ ਨਾਂਗਨ ਫਿਰਤ ਜੋ ਪਾਈਐ ਜੋਗ। ਹੇ ਭਾਈ, ਜੇਕਰ ਨਾਂਗਨ ਨੰਗੇ ਫਿਰ ਕਰਕੇ ਹੀ ਜੋਗ ਪਾਈਦਾ ਹੈ, ਜੋਗ ਪਾਈਦਾ ਹੋਵੇ, ਪਰਮੇਸ਼ਰ ਵਿੱਚ ਜੁੜਨਾ ਪਾਈਦਾ, ਫਿਰ ਬਨਕਾ ਮਿਰਗ ਮੁਕਤ ਸਭ ਹੋਗ। ਕਹਿਣ ਲੱਗੇ ਫਿਰ ਬਨ ਜੰਗਲਾਂ ਦਾ ਜਿਹੜਾ ਮਿਰਗ ਹਿਰਨ ਹੈ ਜਾਂ ਜੰਗਲਾਂ ਦੇ ਜਿੰਨੇ ਜਾਨਵਰ ਹਨ, ਇਹ ਸਾਰੇ ਜੰਗਲਾਂ ਵਿੱਚ ਵਿਚਰਨ ਵਾਲੇ ਜੀਵ ਮੁਕਤ ਹੋਣੇ ਚਾਹੀਦੇ ਹਨ। ਮੁਕਤੀ ਨੂੰ, ਮੋਖ ਨੂੰ ਪ੍ਰਾਪਤ ਹੋ ਜਾਣੇ ਚਾਹੀਦੇ ਹਨ, ਕਿਉਂਕਿ ਇਹ ਨੰਗੇ ਹੀ ਰਹਿੰਦੇ ਹਨ। ਕਿਉਂਕਿ ਉਹ ਕਿਹੜਾ ਸਰੀਰ ਉੱਪਰ ਕੋਈ ਵਸਤਰ ਧਾਰਦੇ ਹਨ, ਨੰਗੇ ਰਹਿੰਦੇ ਹਨ। ਇਹਨਾਂ ਨੂੰ ਮੋਖ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ। ਇਹ ਸੁਣ ਕੇ ਜਿਹੜਾ ਦੂਸਰਾ ਚਾਮਰਪੋਸ਼ ਸੀ, ਉਹ ਹੱਸ ਪਿਆ ਤੇ ਕਹਿੰਦਾ ਹੈ ਕਿ ਨਾਗਿਆ, ਦੇਖਿਆ ਮੇਰਾ ਮਤ ਸਿੱਧ ਹੋ ਗਿਆ ਹੈ ਕਿ ਤੇਰਾ ਮਤ ਝੂਠਾ ਹੈ, ਨੰਗੇ ਨਹੀਂ ਰਹਿਣਾ ਚਾਹੀਦਾ। ਤੈਨੂੰ ਤਾਂ ਕਬੀਰ ਜੀ ਨੇ ਵੀ ਖੰਡਨ ਕਰ ਦਿੱਤਾ ਕਿ ਨੰਗਾ ਨਹੀਂ ਰਹਿਣਾ ਚਾਹੀਦਾ। ਤੇ ਚਾਮਰਪੋਸ਼ ਜਿਹੜਾ ਚਮੜਾ ਪਹਿਨਣ ਵਾਲਾ ਸੀ, ਉਹ ਕਹਿਣ ਲੱਗਿਆ ਸਿਰਫ ਮੇਰਾ ਹੀ ਮਤ ਠੀਕ ਹੈ। ਤਾਂ ਕਬੀਰ ਜੀ ਉਸ ਚਾਮਰਪੋਸ਼ ਵਾਲੇ ਨੂੰ ਕਹਿਣ ਲੱਗੇ, ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ ਰਹਾਓ। ਭਗਤ ਜੀ ਕਹਿਣ ਲੱਗੇ, ਹੈ ਭਾਈ, ਕੀ ਹੋ ਗਿਆ ਜੇਕਰ ਨੰਗੇ ਰਹਿ ਪਏ, ਤੇ ਕੀ ਹੋ ਗਿਆ ਜੇਕਰ ਸਰੀਰ ਉੱਪਰ ਚਮੜਾ ਬੰਨ੍ਹ ਲਿਆ ਹੈ। ਇਸ ਚਾਮ ਚਮੜੀ ਵਿੱਚ ਹੀ ਬੰਨੇ ਰਹਿੰਦੇ ਹਾਂ, ਇਹ ਸਰੀਰ ਚਮੜੀ ਦਾ ਹੀ ਹੈ। ਹੱਡ ਮਾਸ ਨਾੜੀਆਂ ਇਹ ਚਮੜੇ ਦੇ ਵਿੱਚ ਹੀ ਬੰਨੀਆਂ ਹੋਈਆਂ ਹਨ। ਇਹ ਦੇਹ ਹਾਂ ਜਿਹੜੀ ਇਹ ਚਮੜੇ ਦੀ ਹੀ ਹੈ ਕਿ ਮੈਂ ਦੇਹ ਹਾਂ, ਪਰ ਹੈ ਦੇਹ ਇਹ ਚਮੜੇ ਦੀ ਹੈ। ਜਦੋਂ ਤੱਕ ਜਬ ਨਹੀਂ ਚੀਨਸ ਆਤਮ ਰਾਮ, ਕਿ ਜਦੋਂ ਤੱਕ ਆਪਣੇ ਆਪ ਨੂੰ ਰਾਮ ਰਮੇ ਹੋਏ ਪਰਮੇਸ਼ਰ ਦੀ ਅੰਸ਼ ਕਰਕੇ ਨਹੀਂ ਜਾਣਦੇ ਕਿ ਅਸੀਂ ਪਰਮੇਸ਼ਰ ਦੀ ਅੰਸ਼ ਹਾਂ। ਆਤਮਾ ਤੇ ਪ੍ਰਾਤਮਾ ਨੂੰ, ਵਾਹਿਗੁਰੂ ਆਤਮਾ ਤੇ ਪਰਮਾਤਮਾ ਨੂੰ ਇੱਕ ਰੂਪ ਕਰਕੇ ਨਹੀਂ ਜਾਣਦੇ, ਉਹਨਾਂ ਚਿਰ ਮੁਕਤੀ ਨਹੀਂ ਪ੍ਰਾਪਤ ਹੋਵੇਗੀ। ਰਹਾਓ ਵਿਸ਼ਰਾਮ ਦੇ ਕੇ ਅੱਗੇ ਸਮਝਾ ਰਹੇ ਹਨ, ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨਸ ਗੁਰ ਵਿਚਾਰਾ। ਇਹ ਸੁਣ ਕੇ ਸੰਨਿਆਸੀ ਬਹੁਤ ਖੁਸ਼ ਹੋਇਆ
ਤੇ ਕਹਿੰਦਾ ਹੈ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੇਰਾ ਹੀ ਮਤ ਠੀਕ ਹੈ। ਸਿਰ ਪਰ ਘੋਟਾ ਤੇ ਤੇੜ ਲੰਗੋਟਾ, ਬਾਬਾ ਜੀ ਮੋਟਾ, ਇੱਕੋ ਹੀ ਹੱਥ ਵਿੱਚ ਸੋਟਾ। ਇਹ ਭੇਖ ਰੱਖਣਾ ਚਾਹੀਦਾ ਹੈ, ਇਹੋ ਜਿਹਾ ਬਣਨਾ ਚਾਹੀਦਾ ਹੈ। ਜਿਹੜਾ ਘੋਣ ਮੋਨ ਰਹਿਣ ਵਾਲਾ ਸੀ, ਕਹਿੰਦਾ ਕਿਵੇਂ ਰਹਿਣਾ ਚਾਹੀਦਾ ਹੈ? ਮੇਰਾ ਮਤ ਠੀਕ ਹੈ ਕਿ ਸਿਰ ਪਰ ਘੋਟਾ, ਸਿਰੋਂ ਘੋਣ ਮੋਨ ਹੋਵੇ, ਤੇੜ ਲੰਗੋਟਾ, ਤੇੜ ਦੇ ਵਿੱਚ ਲੰਗੋਟੀ ਹੋਵੇ, ਤੇ ਬਾਬਾ ਜੀ ਮੋਟਾ, ਸਰੀਰ ਪੂਰਾ ਮੋਟਾ ਹੋਵੇ। ਇਹੋ ਜਿਹਾ ਹੱਥ ਵਿੱਚ ਇੱਕ ਮੋਟਾ ਜਿਹਾ ਸੋਟਾ ਹੋਵੇ। ਇਹ ਮੇਰਾ ਧਰਮ ਹੈ, ਇਹੋ ਧਰਮ ਹੀ ਬਣਾਉਣਾ ਚਾਹੀਦਾ ਹੈ। ਤਾਂ ਕਬੀਰ ਜੀ ਉਸ ਸੰਨਿਆਸੀ ਨੂੰ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ, ਮੂੰਡ ਮੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨ ਗਈਆ ਕਾਈ। ਕਹਿਣ ਲੱਗੇ, ਹੇ ਭਾਈ, ਜੇਕਰ ਮੂੰਡ ਸਿਰ ਦੇ ਮੰਡਾਉਣ ਕਰਕੇ, ਮੁੰਡਾਏ ਮਨਾਉਣ ਕਰਕੇ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਤਾਂ ਮੁਕਤੀ ਭੇਡ ਨ ਗਈਆ ਕਾਈ। ਤਾਂ ਭੇਡਾਂ ਤਾਂ ਹਰ ਮਹੀਨੇ ਬਾਅਦ ਮੁੰਨੀਆਂ ਜਾਂਦੀਆਂ ਹਨ, ਪਰ ਕਲਿਆਣ ਨੂੰ ਪ੍ਰਾਪਤ ਹੋਣ ਲਈ ਵਿਵਾਨ 'ਤੇ ਚੜ੍ਹ ਕੇ ਸਵਰਗਾਂ ਨੂੰ ਕੋਈ ਵੀ ਨਹੀਂ ਜਾਂਦੀਆਂ ਵੇਖੀਆਂ। ਕਿ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਜੋ ਕਿਸ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਕਿ ਭਗਤ ਜੀ ਨੇ ਬੜੇ ਹੀ ਵਿਸਤਾਰ ਦੇ ਨਾਲ ਸ਼ਲੋਕਾਂ ਦੇ ਅੰਦਰ ਵੀ ਸਮਝਾਉਣਾ ਕੀਤਾ ਹੈ। ਇਹ ਸੁਣ ਕੇ ਜਿਹੜਾ ਚੌਥਾ ਜਤੀ ਸੀ ਉਹ ਬੋਲਿਆ ਕਿ ਤੁਹਾਡੇ ਸਾਰਿਆਂ ਦੇ ਮਤ ਕਬੀਰ ਜੀ ਨੇ ਖੰਡਨ ਕਰ ਦਿੱਤੇ ਹਨ, ਬਸ ਮੇਰਾ ਹੀ ਮਤ ਕਬੀਰ ਜੀ ਨੇ ਮੰਨ ਲਿਆ ਹੈ। ਤਾਂ ਕਬੀਰ ਜੀ ਉਸ ਨੂੰ ਵੀ ਕਹਿਣ ਲੱਗੇ ਕਿ ਤੈਨੂੰ ਵੀ ਸਮਝਾਉਂਦੇ ਹਾਂ, ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉ ਨਾ ਪਰਮਗਤ ਪਾਈ। ਹੇ ਭਾਈ, ਹੇ ਭਰਾਵੋ, ਜੇਕਰ ਬਿੰਦ ਬੀਰਜ ਨੂੰ ਸਾਂਭ ਕੇ ਰੱਖਣ ਨਾਲ ਹੀ ਸੰਸਾਰ ਸਮੁੰਦਰ ਤੋਂ ਤਰ ਜਾਈਏ, ਤਾਂ ਫਿਰ ਖੁਸਰੇ ਹੀ ਜਿਹੜੇ ਨੇ ਕਿਉਂ ਨਹੀਂ ਪਰਮਗਤ ਪਾਈ। ਕਿ ਜਿਹੜੇ ਖੁਸਰੇ ਹੁੰਦੇ ਨੇ ਉਹਨਾਂ ਨੇ ਮੋਕਸ਼ ਨੂੰ ਪ੍ਰਾਪਤ ਨਹੀਂ ਕੀਤਾ, ਕਿਉਂਕਿ ਖੁਸਰੇ ਕੋਲ ਤਾਂ ਬਿੰਦ ਹੁੰਦੀ ਹੀ ਨਹੀਂ। ਕਿ ਜਾਤ ਰੱਖਣਾ ਵੀ ਬਹੁਤ ਜ਼ਰੂਰੀ ਹੈ, ਪਰੰਤੂ ਜੋ ਲੋਕ ਦਿਖਾਵੇ ਵਿੱਚ ਬੜਾ ਜਤੀ ਕਹਾਉਂਦੇ ਹਨ ਤੇ ਜਤ ਪੁਣੇ ਦਾ ਹੰਕਾਰ ਕਰਦੇ ਹਨ, ਉਹਨਾਂ ਨੂੰ ਮੁਕਤੀ ਨਹੀਂ ਮਿਲਦੀ। ਜੈਸਾ ਕਿ ਇੱਕ ਬਿੰਦ ਜਾਤਨ ਕਰ ਰਾਖ ਤੇ ਸੇ ਜਤੀ ਕਹਾਵੇ, ਇੱਕ ਬਿੰਦ ਜਾਤਨ ਕਰ ਰਾਖ ਤੇ ਸੇ ਜਤੀ ਕਹਾਵੇ, ਬਿਨ ਗੁਰ ਸ਼ਬਦ ਨਾ ਛੁਟਈ, ਭ੍ਰਮ ਆਵਹਿ ਜਾਵਹਿ। ਕਿ ਜਿਹੜੇ ਯਤਨ ਕਰਕੇ ਬਿੰਦ ਨੂੰ ਰੱਖਣਾ ਕਰਦੇ ਹਨ ਤੇ ਫਿਰ ਜਤੀ ਕਹਾਉਂਦੇ ਹਨ, ਬਿਨ ਗੁਰ ਸ਼ਬਦ ਨਾ ਛੁਟਈ, ਵੀ ਉਹਨਾਂ ਦਾ ਛੁਟਕਾਰਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਨਹੀਂ ਛੁੱਟਦਾ। ਭ੍ਰਮ ਆਵਹਿ ਜਾਹੇ, ਇਹਨਾਂ ਭਰਮਾਂ ਦੇ ਵਿੱਚ ਪੈ ਕੇ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨ। ਹੁਣ ਅੱਗੇ ਕਬੀਰ ਸਾਹਿਬ ਜੀ ਆਪਣਾ ਸਿਧਾਂਤ ਦੱਸਦੇ ਹਨ ਚਾਰਾਂ ਨੂੰ ਕਿ ਕਿਵੇਂ ਕਰਨਾ ਚਾਹੀਦਾ ਹੈ। ਕਹੋ ਕਬੀਰ ਸੁਨੋ ਨਰ ਭਾਈ, RAM ਨਾਮ ਬਿਨ ਕਿਨ ਗਤ ਪਾਈ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਹੇ ਪੁਰਸ਼ੋ, ਚੇਤਨ ਦੀ ਅੰਸ਼ ਹੋਣ ਕਰਕੇ ਹੇ ਭਰਾਵੋ ਇਹ ਸੁਣਨਾ ਕਰੋ, ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿਸੇ ਨੇ ਮੁਕਤੀ ਪ੍ਰਾਪਤ ਨਹੀਂ ਕੀਤੀ। ਭਾਵ ਕਿਸੇ ਕੋਲੋਂ ਨਹੀਂ ਪ੍ਰਾਪਤ ਹੁੰਦੀ ਮੁਕਤੀ, ਪਰਮੇਸ਼ਰ ਦਾ ਨਾਮ ਹੀ, ਪਰਮੇਸ਼ਰ ਦਾ ਨਾਮ ਸਿਮਰਨ ਕਰਕੇ ਹੀ ਰੱਖਿਆ ਹੋਇਆ ਜਾਤ ਸਫਲ ਹੈ। ਅਤੇ ਸੋਭ ਗੁਣ ਆਪਣੇ ਆਪ ਅੰਦਰ ਹੀ ਆ ਜਾਂਦੇ ਹਨ। ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਉ ਭਏ ਦਾਦਰ ਪਾਣੀ ਮਾਹੀ, ਜੋ ਪੈ RAM 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 ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੀ ਰਹਾਉ।
ਕਾਇਆ ਰਤ ਬਹੁ ਰੂਪ ਰਚਾਹੀ, ਤਿਨ ਕੋ ਦਇਆ ਸੁਪਨੇ ਭੀ ਨਾਹੀ। ਚਾਰ ਚਰਨ ਕਰਹਿ ਬਹੁ ਆਗਰ, ਸਾਧੂ ਸੁਖ ਪਾਵੇ ਕਲ ਸਾਗਰ। ਕਹੋ ਕਬੀਰ ਬਹੁ ਕਾਇ ਕਰੀਜੈ, ਸਰਵਸ ਸੋੜ ਮਹਾਰਸ ਪੀਜੈ। ਭਗਤ ਕਬੀਰ ਜੀ ਦਾ ਸ਼ਬਦ ਹੈ। ਇੱਕ ਦਿਨ ਕਬੀਰ ਸਾਹਿਬ ਜੀ ਰਸਤੇ ਵਿੱਚ ਤੁਰੇ ਜਾ ਰਹੇ ਸਨ, ਤਾਂ ਇੱਕ ਬ੍ਰਾਹਮਣ ਗੰਗਾ ਦੇ ਕਿਨਾਰੇ ਦੁਪਹਿਰ ਦੀ ਸੰਧਿਆ ਕਰ ਰਿਹਾ ਸੀ। ਸੰਧਿਆ ਸਾਰੇ ਧਰਮ ਕਰਦੇ ਹਨ। ਗੁਰਸਿੱਖੀ ਦੇ ਵਿੱਚ ਸਵੇਰੇ ਸ਼ਾਮ ਦੀ ਹੈ, ਮੁਸਲਮਾਨਾਂ ਦੇ ਵਿੱਚ 4 ਸਮਿਆਂ ਦੀ ਹੈ, ਤੇ ਇਹਨਾਂ ਬ੍ਰਾਹਮਣਾਂ ਦੀ ਵੀ ਇਹ ਸੰਧਿਆ ਹੈ। ਇਹ ਸੰਧਿਆ ਕਰ ਰਹੇ ਸਨ ਦੁਪਹਿਰ ਦੇ ਸਮੇਂ ਗੰਗਾ ਦੇ ਕਿਨਾਰੇ। ਉਸਨੇ ਕਬੀਰ ਜੀ ਨੂੰ ਕਿਹਾ ਕਿ ਤ੍ਰੈ ਕਾਲ ਸੰਧਿਆ ਕਰਨ ਨਾਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਬਈ 3 ਵਾਰੀ ਸ਼ਾਮ ਸਵੇਰੇ ਤੇ ਦੁਪਹਿਰੇ ਜੇ ਸੰਧਿਆ ਕਰੀਏ ਕਿ ਫਿਰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਤਾਂ ਉਸ ਵੇਲੇ ਕਬੀਰ ਜੀ ਨੇ ਕਿਹਾ, ਸੰਧਿਆ ਪ੍ਰਾਤ ਇਸ਼ਨਾਨ ਕਰਾਹੀ। हे ਭਾਈ, ਜੋ ਸੰਧਿਆ ਸਾਂਝ ਪ੍ਰਾਤ ਸਵੇਰ ਅਤੇ ਦੁਪਹਿਰ ਨੂੰ ਚੰਗਾ ਸਮਾਂ ਸਮਝ ਕੇ ਇਸ਼ਨਾਨ ਨਹਾਉਣਾ ਕਰਦਾ ਹੈ, ਸਵੇਰ ਨੂੰ ਦੁਪਹਿਰ ਨੂੰ ਤੇ ਰਾਤ ਨੂੰ ਇਸ਼ਨਾਨ ਆਦਿਕ ਕਰਕੇ ਧਰਮ ਸ਼ਾਸਤਰਾਂ ਅਨੁਸਾਰ ਪ੍ਰਾਣਾ ਆਮ ਜਪ ਆਦਿਕ ਕਰਮ ਕਰਦਾ ਹੈ। ਇਹ ਤਾਂ ਇਸ ਪ੍ਰਕਾਰ ਹੈ, ਜਿਉਂ ਭਏ ਦਾਦਰ ਪਾਣੀ ਮਾਹੀ, ਕਿ ਇਹ ਤਾਂ ਜਿਵੇਂ ਪਾਣੀ ਦੇ ਵਿੱਚ ਦਾਦਰ ਡੱਡੂ ਹੁੰਦੇ ਹਨ, ਭਾਵ ਉਹ ਪਾਣੀ ਵਿੱਚ ਨਹਾਉਂਦੇ ਰਹਿੰਦੇ ਹਨ, ਤਾਂ ਫਿਰ ਕਿਹੜਾ ਉਹ ਮੁਕਤ ਹੋ ਗਏ। ਉਹਨਾਂ ਵਾਂਗੂ ਹੀ ਤੁਸੀਂ ਵੀ ਗੰਗਾ ਦੇ ਵਿੱਚ ਚੁੰਬੀਆਂ ਮਾਰਦੇ ਹੋ। ਜਲ ਕੈ ਮੱਜਨ ਜੋ ਜੇ ਗਤ ਹੋਵੈ, ਨਿਤ ਨਿਤ ਮੈਂਡ ਘਨਾਵੈ। ਜੇਕਰ ਪਾਣੀ ਦੇ ਵਿੱਚ ਮੁਕਤੀ ਹੁੰਦੀ ਹੋਵੇ ਤਾਂ ਨਿਤ ਨਿਤ ਮੈਂਡ ਕਹਿ ਡੱਡੂ ਨੂੰ, ਕਿ ਡੱਡੂ ਤਾਂ ਨਿਤ ਹੀ ਪਾਣੀ ਦੇ ਵਿੱਚ ਨਹਾਉਂਦੇ ਹਨ। ਜੈਸੇ ਮੈਂਡਕ ਓਏ ਨਰ, ਜੈਸੇ ਮੈਂਡਕ ਤੈਸੇ ਓਏ ਨਰ। ਫਿਰ ਜੋਨੀ ਆਵਹੇ, ਕਿ ਜਿਵੇਂ ਡੱਡੂ ਨਹਾਉਂਦੇ ਹਨ। ਜੇ ਇਸੇ ਤਰ੍ਹਾਂ ਹੀ ਨਹਾਉਂਦਾ ਹੈ ਫਿਰ ਤਾਂ ਦੁਬਾਰਾ ਮੁੜ ਕੇ ਜੂਨਾਂ ਦੇ ਵਿੱਚ ਪਾਉਣਾ ਪਵੇਗਾ। ਜੋ ਪੈ ਰਾਮ ਰਾਮ ਪਤ ਰਤ ਨਾਹੀ, ਜੋ ਜੇਕਰ ਕਿ ਰਮੇ ਹੋਏ ਪਰਮਾਤਮਾ ਵਿੱਚ ਪ੍ਰੀਤੀ ਨਹੀਂ ਹੈ। ਜੇਕਰ ਤੁਹਾਡੇ ਪਰਮੇਸ਼ਰ ਦੇ ਨਾਮ ਵਿੱਚ, ਜੇਕਰ ਤੁਹਾਡੀ ਪਰਮੇਸ਼ਰ ਦੇ ਨਾਮ ਵਿੱਚ ਪ੍ਰੀਤੀ ਨਹੀਂ ਹੈ, ਤਾਂ ਤੇ ਸਭ ਧਰਮ ਰਾਏ ਕਹਿ ਜਾਹੀ। ਜੇ ਤੁਹਾਡੀ ਪ੍ਰੀਤੀ ਨਹੀਂ ਪਰਮੇਸ਼ਰ ਦੇ ਨਾਲ, ਤਾਂ ਉਹ ਸਾਰੇ ਕੀਤੇ ਹੋਏ ਕਰਮ ਕਾਂਡ ਦਾ ਹਿਸਾਬ ਕਿਤਾਬ ਕਰਾਉਣ ਵਾਸਤੇ ਧਰਮ ਰਾਜੇ ਦੇ ਘਰ ਵਿੱਚ ਜਾਣਾ ਪਵੇਗਾ। ਉੱਥੇ ਜਾ ਕੇ ਲੇਖਾ ਜੋਖਾ ਦੇਣਾ ਪਵੇਗਾ। ਵਿਸ਼ਰਾਮ ਦੇ ਕੇ ਭਗਤ ਜੀ ਕਹਿਣ ਲੱਗੇ, ਕਾਇਆ ਰਤ ਬਹੁ ਰੂਪ ਰਚਾਹੀ, ਤਿਨ ਕੋ ਦਇਆ ਸੁਪਨੇ ਭੀ ਨਾਹੀ। ਜਿਹੜੇ ਪੁਰਸ਼ ਆਪਣੀ ਕਾਇਆ ਆਪਣੀ ਦੇਹ ਵਿੱਚ ਹੀ ਪ੍ਰੀਤੀ ਕਰਦੇ ਹਨ, ਕਾਇਆ ਰਤ ਬਹੁ ਰੂਪ ਰਚਾਹੀ, ਜਿਹੜੇ ਪੁਰਸ਼ ਆਪਣੀ ਕਾਇਆ ਦੇਹੀ ਦੇ ਵਿੱਚ ਪ੍ਰੀਤੀ ਕਰਦੇ ਹਨ, ਤੇ ਧੋਤੀ ਬੰਨਣੀ, ਤਿਲਕ ਲਾਉਣਾ, ਜਾਤ ਦਾ ਅਭਿਮਾਨ ਕਰਨਾ ਆਦਿਕ ਬਹੁਤ ਸਾਰੇ ਰੂਪ ਰਚਾਹੀ, ਰੂਪ ਰਚਾਉਂਦੇ ਹਨ, ਬਹੁਤ ਸਾਰੇ ਰੂਪ ਬਣਾਉਣਾ ਕਰਦੇ ਹਨ। ਉਹ ਕਸਾਈਆਂ ਦੀ ਨਿਆਈ ਸੁਪਨੇ ਮਾਤਰ ਵੀ ਆਪਣੀ ਕਲਿਆਣ ਤਾਈਂ ਦਇਆ ਨਹੀਂ ਕਰਦੇ। ਸੰਸਾਰ ਰੂਪੀ ਸੁਪਨੇ ਵਿੱਚ ਉਹਨਾਂ ਨੂੰ ਕਿਸੇ ਤਾਈਂ ਕਦੇ ਦਇਆ ਨਹੀਂ ਆਉਂਦੀ। ਤਿਨ ਕੋ ਦਇਆ ਸੁਪਨੇ ਵੀ ਨਾਹੀ, ਕਿ ਉਹਨਾਂ ਨੂੰ ਸੁਪਨੇ ਦੇ ਵਿੱਚ ਵੀ ਕਿਸੇ ਪ੍ਰਕਾਰ ਦੀ ਦਇਆ ਨਹੀਂ ਆਉਂਦੀ। ਚਾਰ ਚਰਨ ਕਹੇ ਬਹੁ ਆਗਰ, ਉਹ ਸਾਰੇ ਆਗਰ ਮੁਖੀਆ ਪ੍ਰਧਾਨ ਮਹਾਤਮਾ ਜਨ ਉਹਨਾਂ ਨਿਰਦਈ ਪੁਰਸ਼ਾਂ ਨੂੰ ਚੌਹਾਂ ਪੈਰਾਂ ਵਾਲੇ ਪੁਰਸ਼ਾਂ ਦੀ ਨਿਆਈ ਕਹਿੰਦੇ ਹਨ। ਭਾਵ
ਪਸ਼ੂਆਂ ਦੀ ਨਿਆਈ ਕਹਿੰਦੇ ਹਨ। ਹੋਰ ਵੀ ਕੋਈ ਕਹਿਣਾ ਹੈ ਕਿ 4 ਚਰਨ, ਚਾਰੇ ਵੇਦ ਸਾਮ ਰਿਗ ਅਥਰਵਣ ਜੁਜਰ ਕੇ 4 ਚਰਨ ਕਰਮ ਉਪਾਸਨਾ ਗਿਆਨ ਅਤੇ ਤੁਰਿਆ ਪਦ ਕਥਨ ਕਰਦੇ ਹਨ। 4 ਸੁੰਦਰ ਸ੍ਰੇਸ਼ਟਾਚਾਰ ਨੂੰ ਉਚਾਰਨ ਵਾਲੇ ਵੇਦ ਵੀ ਕਹਿੰਦੇ ਹਨ ਕਿ ਬਹੁਤ ਸਾਰੇ ਆਗਰ ਮੁਖੀ ਮਹਾਤਮਾ ਵੀ ਇਸ ਗੱਲ ਦਾ ਕਥਨ ਕਰਦੇ ਹਨ ਕਿ ਉਹ ਉਸ ਪਰਮੇਸ਼ਰ ਦੇ ਚਰਨ ਕਮਲ ਬੜੇ ਸੁੰਦਰ ਹਨ, ਉਹਨਾਂ ਚਰਨਾਂ ਨਾਲ ਜੁੜਨਾ ਚਾਹੀਦਾ ਹੈ। ਇਸ ਗੱਲ ਨੂੰ ਬਹੁਤ ਸਾਰੇ ਮੁਖੀ ਸੰਤ ਜਨ ਕਹਿੰਦੇ ਹਨ। ਸਾਧੂ ਸੁਖ ਪਾਵੇ ਕਲ ਸਾਗਰ। ਇਸ ਪ੍ਰਕਾਰ ਇਸ ਕਲਯੁਗ ਦੇ ਵਿੱਚ ਸੰਸਾਰ ਸਮੁੰਦਰ ਦੇ ਵਿੱਚ ਕਿ ਅਵਿਦਿਆ ਆਦਿਕ ਤੋਂ ਬਚ ਕੇ ਸਾਧੂ ਸ੍ਰੇਸ਼ਟ ਜਨ ਆਨੰਦ ਨੂੰ ਪਾਉਂਦੇ ਹਨ। ਸ੍ਰੇਸ਼ਟ ਸਮੁੰਦਰ ਰੂਪ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਬ੍ਰਹਮ ਬੇਤੇ ਮਹਾਤਮਾ ਜਨ ਆਤਮਾ ਆਨੰਦ ਨੂੰ ਪਾਉਂਦੇ ਹਨ। ਕਹੋ ਕਬੀਰ ਬਹੁ ਕਾਏ ਕਰੀਜੈ, ਸਰਵਸ ਸੋਡ ਮਹਾਰਸ ਪੀਜੈ। ਭਗਤ ਕਬੀਰ ਜੀ ਕਥਨ ਕਰਦੇ ਹਨ ਕਿ ਬਹੁਤੇ ਕਰਮ ਕਾਂਡਾਂ ਦੇ ਤਾਈਂ ਕਰਦੇ ਹੋਂ ਸਰਵਸ ਸਰਬ ਰਸਾਂ ਨੂੰ ਸਾਰਾ ਕੁਝ ਛੱਡ ਕੇ ਮਹਾ ਬ੍ਰਹਮਾਨੰਦ ਨੂੰ ਪੀਣਾ ਕਰੋ, ਤਾਂ ਹੀ ਇਹ 3 ਟਾਈਮ ਦੀ ਸੰਧਿਆ ਕੀਤੀ ਹੋਈ ਸਫਲੀ ਹੋਏਗੀ। ਕਬੀਰ ਜੀ ਗੌੜੀ। ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾਂ ਕੈ ਹਿਰਦੈ ਭਾਉ ਹੈ ਦੂਜਾ। ਰੇ ਜਨ ਮਨ ਮਾਧੋ ਸਿਉ ਲਾਈਐ, ਚਤਰਾਈ ਨਾ ਚਤਰ ਭੁਜ ਪਾਈਐ ਰਹਾਉ। ਪਰ ਹਰ ਲੋਭ ਅਰ ਲੋਕਾਂ ਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਕਰਮ ਕਰਤ ਬਧੇ ਅਹਮੇਵ, ਮਿਲ ਪਾਥਰ ਕੀ ਕਰਹੀ ਸੇਵ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਲੇ ਮਿਲੇ ਰਗਰਾਇਆ। ਭਗਤ ਕਬੀਰ ਜੀ ਬਾਣੀ ਦੁਆਰਾ ਸਮਝਾ ਰਹੇ ਹਨ ਕਿ ਭਗਤ ਕਬੀਰ ਜੀ ਨੂੰ ਇੱਕ ਬ੍ਰਾਹਮਣ ਕਹਿਣ ਲੱਗਿਆ ਕਿ ਜੇਕਰ ਸਾਡੇ ਕੋਲ ਆਤਮ ਗਿਆਨ ਨਹੀਂ ਵੀ ਹੈ ਤਦ ਵੀ ਅਸੀਂ ਬਹੁਤ ਉੱਤਮ ਹਾਂ। ਭਗਤ ਜੀ ਕਹਿਣ ਲੱਗੇ ਉਹ ਕਿਵੇਂ? ਉਹ ਕਹਿੰਦਾ ਕਿਉਂਕਿ ਅਸੀਂ ਜਪ ਤਪ ਵਰਤ ਪੂਜਾ ਆਦਿਕ ਕਰਨ ਵਿੱਚ ਚਾਤਰ ਹਾਂ। ਤਾਂ ਸੁਣ ਕੇ ਭਗਤ ਕਬੀਰ ਜੀ ਕਥਨ ਕਰਦੇ ਹਨ, ਕਿਆ ਜਪ ਕਿਆ ਤਪ ਕਿਆ ਵਰਤ ਪੂਜਾ। ਹੇ ਪੁਰਸ਼ਾ, ਕੀ ਹੋ ਗਿਆ ਜੇਕਰ ਤੁਸੀਂ ਰਾਜਸੀ ਤਾਮਸੀ ਸਾਤਕੀ ਜਾਪ ਕਰ ਲਏ? ਕੀ ਹੋ ਗਿਆ ਜੇਕਰ ਤੁਸੀਂ ਧੁਨੀਆਂ ਆਦਿਕ ਲਾ ਕੇ ਤਪੱਸਿਆ ਕਰ ਲਈ? ਤੇ ਕੀ ਹੋ ਗਿਆ ਜੇਕਰ ਇਕਾਦਸ਼ੀਆਂ ਆਦਿਕ ਦੇ 24 ਵਰਤ ਨਿਯਮ ਰੱਖ ਲਏ ਤੇ ਠਾਕੁਰਾਂ ਦੀ ਪੂਜਾ ਆਦਿਕ ਕਰ ਲਈ? ਜਿਸ ਪੁਰਸ਼ ਦੇ ਹਿਰਦੇ ਵਿੱਚ ਜਾਂ ਕੈ ਹਿਰਦੈ ਭਾਉ ਨਾ ਦੂਜਾ, ਕਿ ਜਿਸ ਪੁਰਸ਼ ਦੇ ਹਿਰਦੇ ਵਿੱਚ ਦੂਜਾ ਦਵੈਤ ਭਾਵ ਹੈ ਉਹ ਮੁਕਤ ਨਹੀਂ ਹੋ ਸਕਦਾ, ਭਾਵ ਉਸ ਨੂੰ ਕੋਈ ਲਾਭ ਨਹੀਂ ਪ੍ਰਾਪਤ ਹੋ ਸਕਦਾ। ਰੇਜਨ ਮਨ ਮਾਧੋ ਸਿਉ ਲਾਈਐ, ਚਾਤਰਾਈ ਨਾ ਚਾਤਰ ਭੁਜ ਪਾਈਐ। ਰੇ ਜਨ ਹੇ ਪੁਰਸ਼ਾ, ਹਿਰਦੇ ਨੂੰ ਮਾਇਆ ਦੇ ਪਤੀ ਭਾਵ ਪਰਮੇਸ਼ਰ ਦੇ ਨਾਲ ਲਾਉਣਾ ਕਰ। ਐਵੇਂ ਚਤਰਾਈ ਸਿਆਣਪ ਕਰਨ ਦੇ ਨਾਲ ਚਾਤਰ ਭੁਜ ਪਰਮੇਸ਼ਰ ਨੂੰ ਨਹੀਂ ਪਾਇਆ ਜਾਂਦਾ ਕਿ ਪਰ ਹਰ ਲੋਭ ਅਰ ਲੋਕਾਂ ਚਾਰ, ਪਰ ਹਰ ਕਾਮ ਕ੍ਰੋਧ ਅਹੰਕਾਰ। ਹੇ ਭਾਈ, ਪਦਾਰਥਾਂ ਦੇ ਜੋੜਨ ਦਾ ਲਾਲਚ ਅਤੇ ਲੋਕਾਂ ਚਾਰ ਲੋਕ ਰੀਤ ਭਾਵ ਲੋਕਾਂ ਨੂੰ ਖੁਸ਼ ਕਰਨ ਲਈ ਕਰਤੱਵ ਕਰਨੇ, ਇਹਨਾਂ ਨੂੰ ਪਰੇ ਹਟਾਉਣਾ ਕਰ, ਛੱਡਣਾ ਕਰ। ਪਰ ਹਰ ਕਾਮ ਕ੍ਰੋਧ ਅਹੰਕਾਰ ਅਤੇ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਅਹੰਕਾਰ ਹਉਮੈ ਆਦਿਕ ਨੂੰ ਤਿਆਗਣਾ ਕਰ, ਪਰੇ ਕਰਨਾ ਕਰ। ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਲਾਭ ਲੋਭ
ਤਜ ਹੋ ਨਚਿੰਦਾ, ਕਿ ਇਹਨਾਂ ਨੂੰ ਪਰੇ ਕਰਕੇ ਕਿ ਨਚਿੰਦਾ ਹੋਣਾ ਕਰ। ਕਰਮ ਕਰਤ ਵਧੇ ਅਹਮੇਵ, ਮਿਲ ਪਾਥਰ ਕੀ ਕਰਹੀ ਸੇਵ। ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਿਨਾ ਕਰਮ ਕਾਂਡੀ ਹੋ ਕੇ ਨਿਤ ਨਿਮਿਤ ਪ੍ਰਾਸ਼ਚਿਤ ਕਾਮ ਆਦਿਕਾਂ ਨਿਖਿੱਧ ਕਰਮਾਂ ਨੂੰ ਕਰਨ ਨਾਲ ਨਿਸ਼ਚੇ ਕਰਕੇ ਹੰਕਾਰ ਵੱਧ ਜਾਂਦਾ ਹੈ। ਕਰਮਾਂ ਨੂੰ ਕਰਦੇ ਹੋਏ ਹੰਕਾਰ ਵਿੱਚ ਹੀ ਬੰਨੇ ਜਾਓਗੇ। ਮਿਲ ਪਾਥਰ ਕੀ ਕਰਹੀ ਸੇਵ, ਕਿ ਬ੍ਰਾਹਮਣ ਕਹਿੰਦਾ ਹੈ ਕਿ ਅਸੀਂ ਤਾਂ ਠਾਕੁਰਾਂ ਦੀ ਪੂਜਾ ਕਰਦੇ ਹਾਂ, ਤਾਂ ਕਬੀਰ ਜੀ ਕਹਿੰਦੇ ਹਨ ਕਿ ਪੱਥਰਾਂ ਦੀ ਸੇਵਾ, ਪੱਥਰਾਂ ਦੀ ਪੂਜਾ ਕਰਨ ਦੇ ਨਾਲ ਤੁਹਾਨੂੰ ਮਿਲਦਾ ਕੀ ਹੈ? ਭਾਵ ਪੱਥਰ ਵਿੱਚੋਂ ਕੁਝ ਨਹੀਂ ਮਿਲਦਾ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਇਸ ਪ੍ਰਭਾਸੇ ਜੋਰ ਹੈ ਬੂਢੈ ਕਾਲੀ ਧਾਰ। ਜੋ ਪਾਥਰ ਕੋ ਕਹਤੇ ਦੇਵ, ਤਾਂ ਕੀ ਬਿਰਥਾ ਹੋਵੈ ਸੇਵ। ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਘਾਲ ਅਜਾਈ ਜਾਏ। ਉਸ ਦੀ ਕੀਤੀ ਹੋਈ ਕਮਾਈ ਬੇਅਰਥ ਜਾਂਦੀ ਹੈ। ਫਿਰ ਬ੍ਰਾਹਮਣ ਕਹਿਣ ਲੱਗਿਆ ਕਿ ਕਬੀਰ ਜੀ, ਧੰਨੇ ਨੇ ਵੀ ਧੰਨੇ ਨੇ ਵੀ ਪੱਥਰ ਦੀ ਪੂਜਾ ਕਰਕੇ ਪਰਮਾਤਮਾ ਨੂੰ ਪਾਇਆ ਸੀ। ਭਗਤ ਕਹਿਣ ਲੱਗੇ, ਨਹੀਂ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਭਾਲੇ ਮਿਲੇ ਰਘੁਰਾਇਆ। ਭਗਤ ਜੀ ਕਹਿਣ ਲੱਗੇ ਕਿ ਧੰਨੇ ਨੇ ਤਾਂ ਪ੍ਰੇਮਾ ਭਗਤੀ ਕਰਕੇ ਹੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਜੇਕਰ ਪੱਥਰ 'ਚੋਂ ਮਿਲਦਾ ਤਾਂ ਤਰਲੋਚਨ ਸਾਰੀ ਉਮਰ ਪੱਥਰਾਂ ਦੀ ਹੀ ਪੂਜਾ ਕਰਦਾ ਰਿਹਾ ਹੈ, ਉਸ ਨੂੰ ਕਿਉਂ ਨਹੀਂ ਮਿਲਿਆ? ਭੋਲੇ ਭਾਲੇ ਮਿਲੈ ਰਘੁਰਾਇਆ, ਕਿ ਭੋਲੇ ਭਾਏ ਸਿੱਧੇ ਸਾਦੇ ਸੁਭਾਅ ਕਰਕੇ ਹੀ ਧੰਨੇ ਭਗਤ ਨੂੰ ਰਘੁਰਾਇਆ ਪਰਮੇਸ਼ਰ, ਰਘੂਆਂ ਦੀ ਕੁਲ ਦਾ ਰਾਜਾ ਭਾਵ ਰਾਮ ਰਮੇ ਹੋਏ ਪਰਮੇਸ਼ਰ ਮਿਲਿਆ ਹੈ। ਧੰਨੇ ਦੇ ਭੋਲੇ ਨਿਸਕਪਟ ਸੁਭਾਅ ਕਰਕੇ ਹੀ ਸਾਰੀਆਂ ਇੰਦਰੀਆਂ ਨੂੰ ਚਲਾਉਣ ਵਾਲਾ ਰਾਜਾ ਰੂਪ ਪਰਮੇਸ਼ਰ ਮਿਲਿਆ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਕਰਵਾਇਆ ਹੈ। ਗੁਰਬਾਣੀ ਪੜ੍ਹਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਆਓ, ਸਮਾਂ ਹੋ ਚੁੱਕਿਆ ਹੈ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ। ਮਹਾਰਾਜ ਕਿਰਪਾ ਕਰਨ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਹੋਣ, ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ, ਗੁਰਸਿੱਖੀ ਦੀਆਂ ਨਾਮ ਦੀਆਂ ਦਾਤਾਂ